श्री नानक पाद पंकज बंदन, पाद पंकज बंदन। सिमरो अंगद दुख निकंदन। अमरदास गुर हृदय त्यागो, हृदय त्यागो। श्री अमरदास गुर हृदय त्यागो, हृदय त्यागो। श्री गुरु रामदास गुण गावो। श्री अर्जन विघ्नन के नासक, विघ्नन के नासक। श्री हरगोबिंद शुभ सुमत प्रकाशक। श्री हर राय नमो कर जोड़ी। श्री हर कृष्ण मनाए बहोरी। तेग बहादुर परम कृपाला। श्री गुरु गोबिंद सिंह विसाला। तरों तरा पर पुन पुन सीसा। बंदों बार बार जगदीसा। जिसमें अमृत ज्ञान है मानक भगत वैराग। श्री गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकार सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी सवैया। लगे सूण मुझ तन के मंगल। जिस हत होए महा सुख मोहे। पृथ्वी की बामा सब सुन कह। कहे के साध साध बहुत है। लगे सूण मुझ तन के मंगल। वाहिगुरु जी का खालसा वाहिगुरु जी की फतेह। गरीब नवाज पतित पावन भगत वशल। दीन दुनी दे मालक दसां ही पातशाहियां दी जागदी जोत आत्मिक स्वरूप। धन धन साहिब सतगुरु श्री गुरु ग्रंथ साहिब महाराज सच्चे पातशाह जी दी पावन और पवित्र हाजूरी दे अंदर सजे होए सुंदर दीवाना दे विच हाजरियां भर रहे समूह साध संगत जीओ। सो आप जी बहुत ही वड्डियां भागां वाले हो जिन्हां नूं गुरु की संगत प्राप्त हो रही है। इसे तरह ही घरां दे विच बैठ के भी आप जी ने एटीएम दे राही इस गुरबाणी दा कथा दा आनंद प्राप्त करना कीता है। सतगुरां दी पावन पवित्र हाजूरी दे अंदर सोदर रहराज साहिब जी दे पाठ तो उपरंत इलाही गुरबाणी दे कीर्तन आप जी ने गुरमुख जनां तो सरवण कीते हन। हजूर दी महान किरपा हुई है। आओ हुण लड़ीवार इतिहास की कथा का समा होया है। बड़े ही प्रेम सत्कार दे नाल धन गुरु ग्रंथ साहिब महाराज जी की हाजूरी के अंदर बैठ करके इस लड़ीवार इतिहास की कथा विचार नूं सरवण करिए। कल दे दीवाना दे विच आप जी ने एक कथा सरवण की सी कि धन गुरु हरगोबिंद साहिब महाराज सच्चे पातशाह जी ने गुरु की वडाली विखे अवतार धारण किया है। सारे पासे खुशियां मनाइया गईयां।
ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰੂ ਕੀਆਂ ਸੰਗਤਾਂ ਆ ਕਰਕੇ ਜਦੋਂ ਪਤਾ ਲੱਗਦਾ ਹੈ ਕਿ ਮਾਤਾ ਗੰਗਾ ਜੀ ਭਾਗ ਲੱਗੇ ਹਨ, ਜੋ ਮਨ ਦੇ ਵਿੱਚ ਇੱਛਾ ਸੀ ਪੁੱਤਰ ਦੀ, ਬਾਬਾ ਬੁੱਢਾ ਜੀ ਦੇ ਬਚਨਾਂ ਦੇ ਸਦਕਾ ਘਰ ਦੇ ਵਿੱਚ ਸਾਹਿਬਜ਼ਾਦੇ ਨੇ ਅਵਤਾਰ ਧਾਰਨ ਕੀਤਾ। ਖੁਸ਼ੀਆਂ ਮਨਾਈਆਂ ਗਈਆਂ, ਗੁਰੂ ਕੀਆਂ ਸੰਗਤਾਂ ਆ ਕੇ ਵਧਾਈਆਂ ਦਿੰਦੀਆਂ ਨੇ। ਪਰ ਦੂਸਰੇ ਪਾਸੇ ਪ੍ਰਿਥੀ ਚੰਦ, ਜੋ ਉਹ ਚਾਹੁੰਦੇ ਸੀ ਉਹਦੇ ਉਲਟ ਕੰਮ ਹੋਇਆ ਹੈ ਕਿ ਗੱਦੀ ਦੇ ਵਾਰਸ ਸਾਡੇ ਪੁੱਤਰ ਮਿਹਰਬਾਨ ਨੇ ਬਣਨਾ ਹੈ। ਪਰ ਇਹਨਾਂ ਦਾ ਹੁਣ ਘਰ ਦੇ ਵਿੱਚ ਸਾਹਿਬਜ਼ਾਦੇ ਨੇ ਜਨਮ ਲੈ ਲਿਆ, ਆਉਣ ਵਾਲਾ ਵਾਰਸ ਹੋ ਗਿਆ। ਹੁਣ ਕਰਮੋਂ ਕਹਿੰਦੀ ਆ, ਫਿਰ ਉਹੀ ਗੱਲ ਹੋ ਗਈ। ਫਿਰ ਕੀ ਕੀਤਾ ਹੈ ਕਿ ਆਪਣੀ ਦਾਸੀ ਨੂੰ ਭੇਜ ਕਰਕੇ ਪ੍ਰਿਥੀ ਚੰਦ, ਕਿਉਂ ਇਹ ਅੰਮ੍ਰਿਤਸਰ ਸਾਹਿਬ ਰਹਿੰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਕੀ ਵਡਾਲੀ ਵਿਖੇ ਰਹਿੰਦੇ ਨੇ। ਹੁਣ ਇਹਨਾਂ ਨੇ ਇੱਕ ਕੰਮ ਜਿਹੜਾ ਉਹ ਕੀਤਾ ਹੈ ਕਿ ਕੋਈ ਦਾਈ ਉਹ ਲੱਭੀ ਜਾਵੇ, ਜਿਹੜੀ ਉੱਥੇ ਜਾਵੇ, ਜਾ ਕੇ ਤੇ ਜ਼ਹਿਰ ਦੇ ਕੇ ਬਾਲਕ ਨੂੰ ਖਤਮ ਕਰ ਦੇਵੇ। ਦਾਈ ਮਿਲ ਗਈ, ਦਾਸੀ ਲੈ ਕੇ ਆਈ, ਕਈ ਪ੍ਰਕਾਰ ਦੇ ਉਹਨੂੰ ਲਾਲਚ ਦਿੱਤੇ ਗਏ। 100 ਚਾਂਦੀ ਦੇ ਪੈਸੇ ਦਿੱਤੇ ਹਨ, ਹੋਰ ਵੀ ਸੋਹਣੇ ਸੋਹਣੇ ਗਹਿਣੇ ਵਸਤਰ ਇਤਿਆਦਿਕ। ਇਹ ਦੇ ਕੇ ਤੇ ਉਸ ਲਾਲਚ ਦੇ ਨਾਲ ਦਾਈ ਨੂੰ ਆਪਣੇ ਵੱਲ ਕੀਤਾ ਹੈ। ਸਾਰਾ ਕੁਝ ਦੱਸਿਆ ਹੈ ਕਿ ਇਹਨਾਂ ਦਾ ਛੋਟਾ ਭਰਾ ਪ੍ਰਿਥੀ ਚੰਦ ਦਾ ਉਹ ਗੁਰਤਾ ਗੱਦੀ ਦਾ ਵਾਰਸ ਬਣ ਗਿਆ ਹੈ। ਹੁਣ ਉਹਨਾਂ ਦੇ ਘਰ ਦੇ ਵਿੱਚ ਬਾਲਕ ਨੇ ਜਨਮ ਲਿਆ ਹੈ। ਉਹਨਾਂ ਦੀਆਂ ਖੁਸ਼ੀਆਂ ਵੇਖ ਕੇ ਤੇ ਸਾਡੇ ਕੋਲੋਂ ਰਿਹਾ ਨਹੀਂ ਜਾਂਦਾ, ਕਿਉਂਕਿ ਹੱਕ ਤਾਂ ਸਾਡਾ ਸੀ, ਗੁਰਤਾ ਗੱਦੀ ਦੇ ਵਾਰਸ ਅਸੀਂ ਸਾਂ, ਪਰ ਉਹਨਾਂ ਦੇ ਕੋਲ ਚਲੀ ਗਈ ਹੈ। ਸੋ ਇਹ ਲਾਲਚ ਉਹਨੂੰ ਦਿੱਤੇ ਕਈ ਪ੍ਰਕਾਰ ਦੇ। ਫਿਰ ਉਸ ਦਾਈ ਨੇ ਵੀ ਬੜਾ ਧਰਵਾਸ ਦਿੱਤਾ ਕਿ ਜਿਵੇਂ ਜਿਵੇਂ ਤੁਸੀਂ ਆਖੋਗੇ ਤੁਹਾਡੇ ਦਿੱਤੇ ਹੋਏ ਇਹਨਾਂ ਪੈਸਿਆਂ ਦਾ ਮੈਂ ਮੁੱਲ ਦੇਵਾਂਗੀ, ਜਾਵਾਂਗੀ ਉੱਥੇ ਜ਼ਰੂਰ, ਔਰ ਉਹਨਾਂ ਦੇ ਬਾਲਕ ਨੂੰ ਜ਼ਹਿਰ ਦੇ ਕੇ ਤੇ ਮੈਂ ਖਤਮ ਕਰ ਦੇਵਾਂਗੀ। ਕਿਹੜਾ ਤਰੀਕਾ ਅਪਣਾਉਣਾ ਹੈ, ਕਿਵੇਂ ਕਿਵੇਂ ਕਰਨਾ ਹੈ, ਇਹ ਜੋ ਗੱਲਾਂ ਆਪ ਜੀ ਨੇ ਹੋਈਆਂ ਉਹ ਕੱਲ ਦੇ ਇਤਿਹਾਸ ਦੀ ਕਥਾ ਦੇ ਵਿੱਚ ਸਰਵਣ ਕੀਤੀ ਹੈ। ਆਓ ਹੁਣ ਜਿਵੇਂ ਕਰਮੋਂ ਨੇ ਬੜੇ ਤਰੀਕੇ ਦੇ ਨਾਲ ਉਹਨੂੰ ਸਮਝਾਇਆ, ਅੱਗੋਂ ਉਹ ਦਾਈ ਵੀ ਧਰਵਾਸ ਦਿੰਦੀ ਹੈ ਕਿ ਮੈਂ ਸਭ ਕੁਝ ਕਰਕੇ ਆਵਾਂਗੀ। ਉਸ ਕਥਾ ਵਿਚਾਰ ਨੂੰ ਬੜੇ ਹੀ ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਗਹਿ ਸੂਲ ਮੁਝ ਤਿਨ ਕੇ ਮੰਗਲ, ਜਿਸ ਹੱਥ ਹੋਏ ਮਹਾ ਸੁਖ ਮੋਹੇ। ਹੁਣ ਇਹ ਦੋਵੇਂ ਬੈਠੀਆਂ ਨੇ, ਕਰਮੋਂ ਪ੍ਰਿਥੀ ਚੰਦ ਦੀ ਘਰਵਾਲੀ, ਦੂਸਰੇ ਪਾਸੇ ਦਾਸੀ, ਆਪਸ ਵਿੱਚ ਗੱਲਾਂ ਬਾਤਾਂ ਕਰਦੀਆਂ ਹਨ। ਪੈਸਿਆਂ ਦਾ ਲਾਲਚ ਉਹਨੂੰ ਦਿੱਤਾ ਹੋਇਆ ਹੈ। ਕਹਿੰਦੀ ਆ ਕਿ ਜਦੋਂ ਉਹ ਹੁਣ ਇਹਨਾਂ ਦਾ ਛੋਟਾ ਭਰਾ ਗੁਰੂ ਅਰਜਨ ਉਹ ਇੱਥੋਂ ਛੱਡ ਕੇ ਚਲਾ ਗਿਆ, ਫਿਰ ਸਾਡਾ ਉਹਨਾਂ ਦੇ ਨਾਲ ਕੋਈ ਨਾਤਾ ਨਹੀਂ ਹੈ ਵੇ। ਸੋ ਇਸ ਕਰਕੇ ਉਹਨਾਂ ਦੇ ਸੁੱਖ ਜਿਹੜੇ ਹਨ, ਲੱਗਹਿ ਸੂਲ ਮੁਝ ਤਿਨ ਕੇ ਮੰਗਲ, ਮੰਗਲ ਕਹਿੰਦੇ ਨੇ ਖੁਸ਼ੀਆਂ, ਸੁੱਖ। ਉਹਨਾਂ ਦੇ ਸੁੱਖ ਸੁਣ ਸੁਣ ਕੇ ਵੇਖ ਵੇਖ ਕੇ ਤੇ ਮੈਨੂੰ ਜਿਹੜੀਆਂ ਦੁੱਖ ਲੱਗਦਾ ਹੈ, ਇਹ ਦੁੱਖ ਕੰਡਿਆਂ ਦੇ ਵਾਂਗੂ ਚੁੱਭਦੇ ਨੇ ਮੈਨੂੰ। ਪ੍ਰਿਥੀਏ ਕੀ ਬਾਮਾ ਸਭ ਸੁਣ ਕੈ, ਕਹੈ ਕੈ ਸਾਧ ਸਾਧ ਬਹੁਤ ਹੋਏ। ਕਹਿਣ ਲੱਗੀ ਜਿਸ ਹੱਥ ਹੋਏ ਮਹਾ ਸੁਖ ਮੋਹੇ। ਇਸ ਕਰਕੇ ਉਹ ਹੁਣ ਸੁੱਖ ਮੈਨੂੰ ਤਾਂ ਆਉਣੇ ਨੇ ਜਦੋਂ ਮੈਂ ਉਹਨਾਂ ਦੇ ਬਾਲਕ ਨੂੰ ਖਤਮ ਕਰ ਦੇਵਾਂਗੀ। ਉਹਨਾਂ ਦਾ ਬਾਲਕ ਉਹ ਖਤਮ ਹੋ ਜਾਵੇ। ਜਦੋਂ ਖਤਮ ਹੋ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਉਹ ਗੁਰਤਾ ਗੱਦੀ ਸਾਡੇ ਕੋਲੇ ਆ ਜਾਣੀ ਹੈ। ਪ੍ਰਿਥੀਏ ਕੀ ਬਾਮਾ ਸਭ ਸੁਣ ਕੇ, ਉਹ ਦਾਈ ਕਹਿੰਦੀ ਹੈ ਕਿ ਮੈਂ ਹੁਣ ਉਹਨੂੰ ਖਤਮ ਕਰ ਦੇਵਾਂਗੀ। ਇਹ ਜਦੋਂ ਗੱਲ ਆਖੀ ਹੈ, ਇਹ ਸਾਰਾ ਕੁਝ ਹੀ ਸੁਣ ਕੇ ਪ੍ਰਿਥੀ ਚੰਦ ਦੀ ਘਰਵਾਲੀ ਕਰਮੋਂ ਨੇ ਕਹੇ ਕੇ ਸਾਧ ਸਾਧ ਬਹੁਤ ਹੋਏ। ਕਹਿੰਦੀ ਹੈ ਸ਼ਾਬਾਸ਼ ਸ਼ਾਬਾਸ਼, ਕਿਉਂਕਿ ਮੈਨੂੰ ਤੇਰੇ ਉੱਪਰ ਵਿਸ਼ਵਾਸ ਹੈ, ਭਰੋਸਾ ਹੈ ਕਿ ਤੂੰ ਇਹ ਕੰਮ ਚੰਗੇ ਤਰੀਕੇ ਦੇ ਨਾਲ, ਠੀਕ ਢੰਗ ਦੇ ਨਾਲ ਕਰ ਲਵੇਂਗੀ। ਭਇਓ ਭਰੋਸ ਲੱਗੀ ਬੁੱਧ ਦੀਰਘ। ਤੇਰੀ ਬੁੱਧੀ ਜਿਹੜੀ ਆ ਨਾ ਚੰਗੀ ਆ, ਕੰਮ ਕਰਨ ਵਾਲੀ ਹੈ,
ਬਹੁਤ ਸਿਆਣੀ ਹੈ ਤੂੰ ਤੇ ਇਹ ਕੰਮ ਜਿਹੜਾ ਹੈ ਤੂੰ ਕਰ ਦਵੇਂਗੀ। ਤੁਝੀ ਤੇ ਕਾਰਜ ਸਿੱਧ ਹੋਏ, ਤੇਰੇ ਤੋਂ ਬਿਨਾ ਫਿਰ ਇਹ ਕਾਰਜ ਕਿੰਨੇ ਕਰਨਾ। ਕਰਮ ਆਖਦੀ ਹੈ ਦਾਸੀ ਨੂੰ ਕਿ ਤੂੰ ਹੀ ਇਸ ਕੰਮ ਨੂੰ ਕਰ ਸਕਦੀ ਹੈ। ਇਸ ਪ੍ਰਕਾਰ ਨਿਸ਼ਚੈ ਕਰ ਦੋਨੋਂ, ਇਸ ਤਰ੍ਹਾਂ ਫਿਰ ਇਹਨਾਂ ਦੋਵਾਂ ਨੇ ਨਿਸ਼ਚਾ ਕਰਕੇ ਦੁਰਬੁੱਧਾ ਗਣ ਪਾਪ ਅਰੋਹੇ, ਇਹ ਖੋਟੀ ਮਤ ਪਾਪ ਵਾਲੀ ਮਤ ਧਾਰਨ ਕੀਤੀ ਹੋਈ ਹੈ। ਕਰਮੋਂ ਨੇ ਵੀ ਦਾਸੀ ਨੇ ਵੀ, ਜਿਵੇਂ ਕਰਮੋਂ ਆਖਦੀ ਹੈ ਉਹਨੂੰ ਸਿਖਾਇਆ ਹੋਇਆ ਹੈ ਦਾਸੀ ਨੂੰ, ਸੋ ਫਿਰ ਬਹੁਤ ਖੁਸ਼ ਹੁੰਦੀਆਂ ਹਨ ਕਿ ਉਹਨਾਂ ਦੇ ਬਾਲਕ ਨੂੰ ਖਤਮ ਕਰ ਦਿਆਂਗੀਆਂ ਅਸੀਂ। ਲੈ ਕੁਛ ਦਰਬ ਸਾਧਨ ਮਹਿ ਆਈ, ਜਿਹੜਾ ਧਨ ਪਦਾਰਥ ਕਰਮੋਂ ਨੇ ਪ੍ਰਿਥੀ ਚਾਂਦ ਨੇ ਦਿੱਤੇ ਸੀ ਦਾਸੀ ਨੂੰ, ਉਹ ਲੈ ਕੇ ਤੇ ਆਪਣੇ ਘਰ ਦੇ ਵਿੱਚ ਆ ਗਈ। ਰੰਗਦਾਰ ਅੰਬਰ ਤਨ ਧਾਰ, ਸੋਹਣੇ ਸੋਹਣੇ ਕੱਪੜੇ ਪਹਿਨ ਵਾਸਤੇ ਦਿੱਤੇ ਹੋਏ ਨੇ। ਉਹ ਸਾਰੇ ਇਸ ਤਰ੍ਹਾਂ ਜਿਹੜੇ ਸੋਹਣੇ ਵਸਤਰ ਸੀ ਲਿਆ ਕੇ ਘਰ ਦੇ ਵਿੱਚ ਤੇ ਉਹ ਵਸਤਰ ਪਹਿਨ ਲਏ ਹਨ ਦਾਸੀ ਨੇ। ਰੋਚਰ ਵਿਭੂਖਣ ਪਹਿਰੇ ਰੋਚ ਕਰ, ਜਿਹੜੇ ਗਹਿਣੇ ਹਨ ਬੇਸ਼ੁਮਾਰ ਕੀਮਤੀ ਗਹਿਣੇ ਤੇ ਉਹਨਾਂ ਨੂੰ ਆਪਣੇ ਸਰੀਰ ਦੇ ਉੱਪਰ ਧਾਰਨ ਕਰ ਲਿਆ। ਮੁਖ ਪਖਾਰ ਦ੍ਰਿਗ ਅੰਜਨ ਡਾਰ, ਆਪਣਾ ਮੁਖੜਾ ਉਹਨੂੰ ਚੰਗੀ ਤਰ੍ਹਾਂ ਜਲ ਦੇ ਨਾਲ ਪਾਣੀ ਦੇ ਨਾਲ ਸਾਫ਼ ਕਰਕੇ ਤੇ ਅੱਖਾਂ ਦੇ ਵਿੱਚ ਸੁਰਮਾ ਪਾ ਲਿਆ ਹੈ। ਜ਼ਹਿਰ ਅਜਾਹਰ ਕਰ ਲੈ ਰਗੜਿਓ, ਉਹ ਫਿਰ ਜ਼ਹਿਰ ਜਿਹੜੀ ਆ ਨਾ ਦਿੱਤੀ ਹੋਈ ਹੈ, ਜਿਵੇਂ ਸਿਖਾਇਆ ਹੋਇਆ ਹੈ ਉਸੇ ਤਰ੍ਹਾਂ ਹੀ ਕਰਕੇ ਕਿ ਤੂੰ ਦਾਸੀ ਬਣ ਕੇ ਜਾਣਾ ਹੈ। ਇਸ ਤਰ੍ਹਾਂ ਬਾਲਕ ਨੂੰ ਦੁੱਧ ਦੇਣਾ ਹੈ। ਆਪਣੇ ਅਸਥਨ ਜਿਹੜੇ ਹਨ ਉਹਨਾਂ ਦੇ ਉੱਪਰ ਜ਼ਹਿਰ ਲਾ ਕੇ ਤੇ ਦੁੱਧ ਚੰਗਾਉਣਾ ਹੈ, ਜਿੰਦੇ ਨਾਲ ਬਾਲਕ ਦੀ ਸਾਹਿਬਜ਼ਾਦੇ ਦੀ ਮੌਤ ਹੋ ਜਾਵੇ। ਕਵੀ ਜੀ ਕਹਿੰਦੇ ਕਿ ਫਿਰ ਇਸੇ ਤਰ੍ਹਾਂ ਹੀ ਇਸ ਦਾਸੀ ਨੇ ਕੀਤਾ ਹੈ, ਗੁਪਤ ਤੌਰ ਤੇ ਜਿਹੜਾ ਦਿਖਾਈ ਨਾ ਦਵੇ ਉਹ ਜ਼ਹਿਰ ਲਾਇਆ ਹੈ ਆਪਣੇ ਅਸਥਨਾਂ ਦੇ ਉੱਪਰ। ਸ਼ੁਚਕੀਨ ਪੁਨ ਅੰਗੀਆ ਪਹਿਰੀ, ਚੰਗੀ ਤਰ੍ਹਾਂ ਉਸ ਜ਼ਹਿਰ ਨੂੰ ਮਲ ਕੇ ਤੇ ਸੁਕਾ ਲਿਆ ਹੈ। ਫਿਰ ਆਪਣੇ ਸਰੀਰ ਦੇ ਉੱਪਰ ਉਹਨਾਂ ਦੇ ਉੱਪਰ ਪਤਲਾ ਕੱਪੜਾ ਜਿਹੜਾ ਹੈ ਪਾ ਕੇ ਤੇ ਸੋਹਣੇ ਵਸਤਰ ਸਜਾ ਲਏ। ਪੰਥ ਵਡਾਲੀ ਕੇ ਪਗ ਧਾਰ, ਉਸ ਮਾਰਗ ਨੂੰ ਗੁਰੂ ਕੀ ਵਡਾਲੀ ਨੂੰ ਤੇ ਇਹ ਦਾਸੀ ਜਿਹੜੀ ਸਿਖਾਈ ਹੋਈ ਹੈ, ਇਹ ਦਾਈ ਜਿਹੜੀ ਹੈ ਉਹ ਚੱਲ ਪਈ ਹੈ। ਦਰਬ ਲੋਭ ਤੇ ਚੌਂਪ ਚੌਗਣੀ, ਧਨ ਪਦਾਰਥ ਦਿੱਤੇ ਆ ਨਾ, ਲਾਲਚ ਦਿੱਤਾ ਹੋਇਆ ਹੈ, ਸੋਹਣੇ ਸੋਹਣੇ ਕੱਪੜੇ ਦਿੱਤੇ ਹੋਏ ਨੇ, ਇੰਨਾ ਕੁਝ ਲੈ ਕੇ ਬੜੀ ਪ੍ਰਸੰਨ ਹੋਈ ਹੈ ਕਿ ਇਹ ਕੰਮ ਮੈਂ ਸੌਖੇ ਤਰੀਕੇ ਦੇ ਨਾਲ ਹੀ ਕਰ ਦੇਣਾ ਹੈ ਔਰ ਉਸ ਬਾਲਕ ਨੂੰ ਖਤਮ ਕਰ ਦੇਵਾਂਗੀ। ਬਹੁਤ ਖੁਸ਼ ਹੁੰਦੀ ਹੈ ਤੇ ਜਾਂਦੀ ਪਈ ਹੈ ਗੁਰੂ ਕੀ ਵਡਾਲੀ ਨੂੰ। ਹੱਥ ਸਿਸ ਕੋ ਮੈਂ ਲਿਓ ਅਨਾਮ, ਫਿਰ ਕਹਿੰਦੀ ਹੈ ਕਿ ਉਸ ਸਾਹਿਬਜ਼ਾਦੇ ਨੂੰ ਖਤਮ ਕਰਕੇ ਤੇ ਹੋਰ ਵੀ ਇਨਾਮ ਇਹਨਾਂ ਦੇ ਕੋਲੋਂ ਪ੍ਰਾਪਤ ਕਰਾਂਗੀ। ਸਗਲ ਆਰ ਬਲ ਕੀ ਗੁਜਰਾਨ, ਮੇਰੀ ਸਾਰੀ ਉਮਰਾਂ ਦਾ ਜਿਹੜਾ ਗੁਜਰਾਨ ਆ ਨਾ ਉਹ ਇਹਨਾਂ ਧਨ ਪਦਾਰਥ ਲੈਣ ਦੇ ਨਾਲ ਹੋਏ ਹੈ ਮੋਹੇ ਕਰੇ ਇਸ ਕਾਮ, ਬਸ ਇਹੀ ਕੰਮ ਕਰਨਾ ਹੈ। ਸਾਰੀ ਉਮਰ ਦਾ ਗੁਜਰਾਨ ਉਹ ਮੇਰਾ ਇਹਨਾਂ ਦੇ ਕੋਲੋਂ ਹੀ, ਇਹਨਾਂ ਦੇ ਦਿੱਤੇ ਹੋਏ ਪੈਸੇ ਜਿਹੜੇ ਨੇ ਧਨ ਪਦਾਰਥ ਉਹਨਾਂ ਦੇ ਨਾਲ ਹੀ ਚੱਲ ਪੈਣਾ ਹੈ। ਇਤ ਗੰਗਾ ਨੇ ਕਰ ਚਾਲੀਸਾ, ਦੂਸਰੇ ਪਾਸੇ ਕਵੀ ਜੀ ਕਹਿੰਦੇ ਨੇ ਕਿ ਮਾਤਾ ਗੰਗਾ ਜੀ ਘਰ ਦੇ ਵਿੱਚ ਖੁਸ਼ੀਆਂ ਹਨ। ਪੁੱਤਰ ਦੇ ਅਵਤਾਰ ਬਾਲਕ ਨੇ ਸਾਹਿਬਜ਼ਾਦੇ ਦੇ ਜਨਮ ਧਾਰੀ ਨੂੰ ਅੱਜ 40 ਦਿਨ ਹੋ ਗਏ। ਵਰਤ ਹੈ ਬੰਸ ਰੀਤ ਅਬਿਰਾਮ, ਜਿਵੇਂ ਸੋਢੀ ਬੰਸ਼ ਦੀ ਰੀਤੀ ਹੈ ਉਸੇ ਤਰ੍ਹਾਂ ਹੀ ਮਾਤਾ ਗੰਗਾ ਜੀ ਨੇ ਉਹ ਕਾਰਜ ਉਹ ਸਾਰੇ ਕੀਤੇ ਹਨ। ਨਿਤ ਪ੍ਰਤ ਉਤਸਵ ਨਏ ਨਏ ਬਹੁ, ਸੋ ਨਿਤਾ ਪ੍ਰਤੀ ਹਰ ਰੋਜ਼ ਨਵੇਂ ਤੋਂ ਨਵੇਂ ਉਤਸਵ ਜਿਹੜੇ ਨੇ ਖੁਸ਼ੀਆਂ ਉਹ ਮਨਾਈਆਂ ਜਾਂਦੀਆਂ ਨੇ। ਸੰਗਤਾਂ ਆਉਂਦੀਆਂ ਹਨ ਵੱਡੀ ਗਿਣਤੀ ਦੇ ਵਿੱਚ, ਸਾਹਿਬਜ਼ਾਦੇ ਦੇ ਬਾਲਕ ਦੇ ਦਰਸ਼ਨ ਕਰਦੀਆਂ ਹਨ, ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਪ੍ਰਿਯ ਸੁਤ ਜਬ ਕੋ ਜਨਮਿਓ ਧਾਮ, ਸੋ ਮਾਤਾ ਜੀ ਕਹਿੰਦੇ ਕਿ ਜਦੋਂ ਦਾ ਬਾਲਕ ਨੇ ਸਾਹਿਬਜ਼ਾਦੇ ਨੇ ਘਰ ਦੇ ਵਿੱਚ ਜਨਮ ਲਿਆ ਹੋਇਆ ਹੈ ਉਦੋਂ ਦੀਆਂ ਹੀ ਖੁਸ਼ੀਆਂ ਆਉਣ ਲੱਗ ਪਈਆਂ ਹਨ, ਉਤਸਵ ਮਨਾਏ ਜਾ ਰਹੇ ਨੇ। ਭਇਓ ਆਨੰਦ ਬਿਲਾਂਦ ਆਨੰਦ ਤੇ, ਬਾਲਕ ਦੇ ਘਰ ਦੇ ਵਿੱਚ ਜਨਮ ਲੈਣ ਦੇ ਕਰਕੇ ਬਹੁਤ ਵੱਡਾ ਆਨੰਦ ਮਾਤਾ ਜੀ ਨੂੰ ਪ੍ਰਾਪਤ ਹੋਇਆ। ਗਰਭ ਬ੍ਰਿੰਦ ਦੇ ਲੇਤ ਅਸੀਸ, ਜਿੰਨੇ ਵੀ ਆਉਂਦੇ ਨੇ ਮੰਗਤੇ ਕਹਿ ਲਓ, ਹੋਰ ਵੀ ਗਰੀਬ ਜਿਹੜੇ ਹਨ ਆਉਂਦੇ ਹਨ, ਵੇਖਦੇ ਨੇ, ਅਸੀਸਾਂ
ਦਿੰਦੇ ਨੇ, ਗਰੀਬਾਂ ਨੂੰ ਧਨ ਪਦਾਰਥ ਮਾਤਾ ਜੀ ਨੇ ਦੇਣਾ ਹੈ। ਫਿਰ ਉਹ ਅਸੀਸਾਂ ਦੇ ਕਰਕੇ ਜਾਂਦੇ ਨੇ ਕਿ ਤੁਹਾਡੇ ਬਾਲਕ ਦੀ ਉਮਰ ਲੰਮੀ ਹੋਵੇ। ਸੋ ਬੜਾ ਸੋਹਣਾ ਬਾਲਕ ਹੈ। ਹੋਰ ਵੀ ਕਈ ਤਰ੍ਹਾਂ ਦੀਆਂ ਅਸੀਸਾਂ ਵਡਿਆਈਆਂ ਉਹਨਾਂ ਨੇ ਗਾਈਆਂ। ਬਾਹੋ ਗ੍ਰਾਮਨ ਕੀ ਬਾਮ ਆਏ ਕਰ। ਸੋ ਬਹੁਤ ਪਿੰਡਾਂ ਦੀਆਂ ਬਾਮ ਆਏ ਕਰ, ਇਸਤਰੀਆਂ ਨੇ ਆ ਕਰਕੇ ਸਿਸ ਅਬਿਰਾਮ ਧਾਮ ਮਹਿਦੀਸ। ਸਾਰਿਆਂ ਨੇ ਆ ਕਰਕੇ ਤੇ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲੇ ਤਾਂ ਅਸੀਸਾਂ ਦਿੰਦੇ ਨੇ ਤੇ ਨਾਲੇ ਫਿਰ ਦਰਸ਼ਨ ਕਰਦੀਆਂ ਹਨ। ਸਾਦਰ ਤਿਨ ਕੋ ਬਾਂਸ਼ਤ ਬਖਸ਼ਤ। ਤੇ ਮਾਤਾ ਗੰਗਾ ਜੀ ਬੜੇ ਆਦਰ ਸਤਿਕਾਰ ਦੇ ਨਾਲ ਜਿੰਨੇ ਵੀ ਆਉਂਦੇ ਨੇ ਸਾਰਿਆਂ ਨੂੰ ਬਿਠਾਉਂਦੇ ਹਨ, ਉਹਨਾਂ ਦੀ ਸੁਖ ਸ਼ਾਂਤੀ ਪੁੱਛਦੇ ਹਨ। ਡਰਤ ਮਾਤ ਨਹਿ ਕਹਿ ਦੁਰਸੀਸ। ਕਿਉਂ ਮਾਤਾ ਨਾ, ਮਾਤਾ ਦੇ ਮਨ ਦੇ ਵਿੱਚ ਕਿਤੇ ਇਹ ਡਰ ਹੈ ਕਿ ਕੋਈ ਆ ਕੇ ਤੇ ਬਦ ਅਸੀਸ ਨਾ ਦੇ ਜਾਵੇ। ਮੈਂ ਸਾਰਿਆਂ ਦੇ ਕੋਲੋਂ ਅਸੀਸਾਂ ਲੈਣੀਆਂ ਹਨ। ਜਿੰਨੇ ਵੀ ਆਉਣ ਮੇਰੇ ਪੁੱਤਰ ਨੂੰ, ਮੇਰੇ ਬਾਲਕ ਨੂੰ ਸ਼ੁਭ ਅਸੀਸਾਂ ਦੇ ਕਰਕੇ ਜਾਣ। ਸਤਿਕਾਰ ਕਰਦੇ ਨੇ ਜੋ ਵੀ ਚੱਲ ਕੇ ਆਉਂਦਾ ਹੈ। ਦੁਰਾਚਾਰਨੀ ਮੰਗਲ ਸਮੇਂ। ਸੋ ਕਹਿੰਦੇ ਉਸੇ ਵਕਤ ਹੀ ਕੀ ਹੋਇਆ, ਇੱਧਰ ਗੁਰੂ ਕੀ ਵਿਡਾਲੀ ਵਿਖੇ ਨਵੇਂ ਨਵੇਂ ਉਤਸਵ ਮਨਾਏ ਜਾ ਰਹੇ ਨੇ। ਘਰ ਦੇ ਵਿੱਚ ਆਨੰਦ ਦਾ ਮਾਹੌਲ ਬਣਿਆ ਹੋਇਆ ਹੈ। ਬਹੁਤ ਇਸਤਰੀਆਂ, ਕਈ ਪਿੰਡਾਂ ਦੀਆਂ ਇਸਤਰੀਆਂ ਆ ਕੇ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ, ਵਧਾਈਆਂ ਦਿੰਦੀਆਂ ਹਨ ਮਾਤਾ ਗੰਗਾ ਜੀ ਨੂੰ। ਬਹੁਤ ਭੀੜ ਲੱਗੀ ਹੋਈ ਹੈ। ਉਸੇ ਵਕਤ ਇਹ ਦੁਰਾਚਾਰਨੀ ਜਿਹੜੀ ਹੈ ਦਾਈ ਉਹ ਚੱਲ ਕੇ ਆ ਗਈ। ਆਏ ਪ੍ਰਵੇਸ਼ੀ ਗੁਰੂ ਅਨਕੇਤ। ਇਹਨਾਂ ਖੁਸ਼ੀਆਂ ਦੇ ਸਮੇਂ ਦੇ ਵਿੱਚ ਆ ਕੇ ਤੇ ਉਹਨੇ ਵੀ ਗੁਰੂ ਕੀ ਵਡਾਲੀ ਦੇ ਵਿੱਚ ਆ ਕੇ ਪ੍ਰਵੇਸ਼ ਕੀਤਾ। ਅਦਕ ਭੀੜ ਨਾਰਨ ਕੀ ਜਹ ਕਹਿ। ਜਿੱਥੇ ਬਹੁਤ ਵੱਡੀ ਭੀੜ ਇਸਤਰੀਆਂ ਦੀ ਲੱਗੀ ਹੋਈ ਸੀ। ਯਥਾ ਜੋਗ ਆਦਰ ਕਹੁ ਦੇਤ। ਬੜਾ ਸਤਿਕਾਰ ਕੀਤਾ ਇਹਦਾ। ਕਿਉਂ ਸੋਹਣੇ ਸੋਹਣੇ ਕੱਪੜੇ ਪਾਏ ਹੋਏ ਆ ਨਾ, ਕੱਪੜੇ ਪਾਏ, ਫਿਰ ਬੇਸ਼ੁਮਾਰ ਕੀਮਤੀ ਗਹਿਣੇ ਪਾਏ ਹੋਏ ਨੇ। ਆਦਰ ਕੀਤਾ ਹੈ ਸਾਰਿਆਂ ਨੇ ਹੀ ਇਹਦਾ। ਕੇਤਕ ਬਾਲ ਕੋ ਦਰਸ਼ਨ ਕਰਤੀ। ਕੀ ਤੱਕਦੀ ਆ ਕਿ ਕਈ ਇਸਤਰੀਆਂ ਜਿਹੜੀਆਂ ਨੇ ਉਹ ਬਾਲਕ ਦੇ ਦਰਸ਼ਨ ਕਰਦੀਆਂ ਹਨ ਸਾਹਿਬਜ਼ਾਦੇ ਦੀਆਂ। ਕੇਤਕ ਸਰਾਹਤ ਪ੍ਰੀਤ ਸਮੇਤ। ਸੋ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਸਲੋਹਤਾ ਕਰਦੀਆਂ ਨੇ। ਬੜਾ ਸੁੰਦਰ ਸਰੂਪ ਹੈ, ਬਹੁਤ ਸੋਹਣਾ ਬਾਲਕ ਹੈ ਜਿਹਨੇ ਅਵਤਾਰ ਧਾਰਨ ਕੀਤਾ ਹੈ, ਜਨਮ ਲਿਆ ਹੈ ਘਰ ਦੇ ਵਿੱਚ। ਕੇਤਕ ਲੈ ਤੇ ਉਹ ਸੰਗ ਦੁਲਾਰਤ। ਕਈ ਇਸਤਰੀਆਂ ਸਾਹਿਬਜ਼ਾਦੇ ਨੂੰ ਆਪਣੀ ਗੋਦੀ ਦੇ ਵਿੱਚ ਲੈ ਕੇ ਤੇ ਲਾੜ ਲਡਾਉਂਦੀਆਂ ਹਨ। ਕੇਤਕ ਬਿਗਸਤ ਦੰਤਨ ਸੇਤ। ਸੋ ਕਈ ਕਵੀ ਜੀ ਕਹਿੰਦੇ ਇਸਤਰੀਆਂ ਹੱਸਦੀਆਂ ਨੇ, ਆਪਣੇ ਚਿੱਟੇ ਦੰਦ ਜਿਹੜੇ ਨੇ ਉਹਨਾਂ ਨੂੰ ਵਿਖਾਉਂਦੀਆਂ ਹਨ ਜਦੋਂ ਹੱਸਦੀਆਂ ਨੇ। ਬਸਤਰ ਬਿਭੂਖਣ ਦੇਖ ਸ਼ੁਭ ਆਦਰ ਸਾਥ ਬਿਠਾਏ। ਸੋ ਇਹਦੇ ਸੋਹਣੇ ਸੋਹਣੇ ਬਸਤਰ ਪਹਿਨੇ ਹੋਏ ਕੱਪੜੇ ਵੇਖ ਕੇ ਤੇ ਬੜੇ ਆਦਰ ਦੇ ਨਾਲ ਇਹਨੂੰ ਬਿਠਾਇਆ। ਦਾਈ ਨੂੰ ਜਿਹੜੀ ਉੱਥੋਂ ਚੱਲ ਕੇ ਆਈ ਸੀ ਪ੍ਰਿਥੀ ਚੰਦ ਦੀ ਭੇਜੀ ਹੋਈ। ਇਸਤਰੀਆਂ ਕੇ ਸਮੁਦਾਇ ਮੈਂ ਉਤਰਨ ਬਾਤ ਚਲਾਏ। ਉਸੇ ਵਕਤ ਮਾਤਾ ਗੰਗਾ ਜੀ ਆਏ। ਇਸਤਰੀਆਂ ਬੈਠੀਆਂ ਹੋਈਆਂ ਹਨ, ਇਹ ਵੀ ਆ ਕੇ ਬੈਠ ਗਈ ਹੈ। ਮਾਤਾ ਗੰਗਾ ਜੀ ਨੇ ਆ ਕੇ ਤੇ ਸਾਹਿਬਜ਼ਾਦੇ ਦੀ ਗੱਲ ਕੀਤੀ ਹੈ। ਇਧਰੋਂ ਇਸਤਰੀਆਂ ਵੀ ਵਡਿਆਈ ਕਰਦੀਆਂ ਹਨ ਕਿ ਬਾਲਕ ਬੜਾ ਸੋਹਣਾ ਹੈ। ਜਦੋਂ ਇਹ ਗੱਲ ਬਾਲਕ ਦੀ ਚੱਲ ਪਈ, ਸਭਨ ਬਿਖੇ ਗੰਗਾ ਮਿਰਦ ਬਚਨ ਕਹੈ। ਉਸੇ ਵਕਤ ਹੀ ਮਾਤਾ ਗੰਗਾ ਜੀ ਨੇ ਆ ਕੇ ਤੇ ਕੋਮਲ ਬਚਨ ਕੀਤੇ। ਦੋ ਇੱਕ ਦਿਨ ਤੇ ਅਨ ਮਨ ਆਨੰਦ। ਕੀ ਆਖਿਆ ਮਾਤਾ ਗੰਗਾ ਜੀ ਨੇ? ਹੁਣ ਬਾਲਕ ਦੀ ਸਾਹਿਬਜ਼ਾਦੇ ਦੀ ਗੱਲ ਚੱਲ ਪਈ। ਫਿਰ ਮਾਤਾ ਗੰਗਾ ਜੀ ਵੀ ਆ ਗਏ, ਕਹਿਣ ਲੱਗੇ 2 ਦਿਨ ਹੋ ਗਏ ਨੇ, ਪਤਾ ਨਹੀਂ ਕੀ ਗੱਲ ਹੈ। ਬਾਲਕ ਸਾਹਿਬਜ਼ਾਦਾ ਜੋ ਮੇਰਾ ਦੁੱਧ ਜਿਹੜਾ ਹੈ ਉਹ ਚੁੰਘਦਾ ਨਹੀਂ ਹੈ। ਆਸਤਨ ਲੇਤਨਾ ਰੋਚ ਕਰ ਮੁਖ ਮਹਿ। ਮੈਂ ਆਪਣਾ ਆਸਤਨ ਆਪਣੇ ਬਾਲਕ ਦੇ ਮੁਖ ਦੇ ਵਿੱਚ ਪਾਉਂਦੀ ਹਾਂ, ਪਰ ਉਹ ਪਾਉਂਦਾ ਨਹੀਂ ਹੈ, ਦੁੱਧ ਚੁੰਘਦਾ ਨਹੀਂ ਹੈ। ਉਹ ਦੁੱਖ ਸੁਧਨ ਹੈ ਮੋਹੇ ਬਿਲੰਦ। ਪਤਾ ਨਹੀਂ ਕੀ ਦੁੱਖ ਹੈ, ਕਿਹੜਾ ਦੁੱਖ ਆ ਕੇ ਲੱਗਾ। ਉਸ ਦੁੱਖ ਦੀ ਮੈਨੂੰ ਪਹਿਚਾਣ ਨਹੀਂ, ਮੈਨੂੰ ਪਤਾ ਨਹੀਂ ਲੱਗ ਰਿਹਾ ਕੀ ਹੋਇਆ ਹੈ ਮੇਰੇ ਪੁੱਤਰ ਨੂੰ। ਯਤਕ ਬ੍ਰਿਧ ਉਪਚਾਰਨ ਭਾਖਤ। ਹੋਰ ਵੀ ਕਈ ਦਾਸੀਆਂ ਜਾਂ ਬਜ਼ੁਰਗ ਔਰਤਾਂ ਜਿਹੜੀਆਂ ਸੀ ਆਈਆਂ ਤਾਂ ਬਹੁਤ ਨੇ, ਉਹਨਾਂ ਦੇ ਨਾਲ ਮੈਂ ਵਿਚਾਰ ਕੀਤੀ ਹੈ, ਪਰ ਉਹਨਾਂ ਨੇ ਆਖਿਆ ਸੀ ਕਿ ਇਸ ਤਰ੍ਹਾਂ ਗੁੜਤੀ ਆਪਣੇ ਬਾਲਕ ਨੂੰ ਦਿਓ। ਉਹ ਸਾਰੇ ਹੀ ਤਰੀਕੇ ਮੈਂ ਅਪਣਾ ਕੇ ਵੇਖ ਲਾਏ। ਘਾਤ ਪਾਏ ਕਰ ਦੁਸ਼ਟਾ ਬੋਲੀ। ਹੁਣ ਸਮਾਂ ਪਾ ਕੇ ਗੱਲ ਚੱਲ ਪਈ ਤੇ ਮਾਤਾ ਜੀ ਨੇ ਉਹ ਗੱਲ ਸ਼ੁਰੂ ਕੀਤੀ ਆ ਕਿ 2 ਦਿਨ ਹੋ ਗਏ ਨੇ, ਬਾਲਕ ਦੁੱਧ ਨਹੀਂ ਚੁੰਘਦਾ ਪਿਆ ਵੀ। ਇਹਨੂੰ ਹੁਣ ਸਮਾਂ ਪਤਾ
ਇਸੇ ਸਮੇਂ ਨੂੰ ਪਾ ਕੇ ਤੇ ਇਹਨੂੰ ਮੌਕਾ ਮਿਲ ਗਿਆ ਕਿ ਹੁਣ ਮੈਂ ਗੱਲ ਕਰਦੀ। ਉਸੇ ਵਕਤ ਕਹਿੰਦੇ ਇਸ ਦੁਸ਼ਟ ਘਾਤਨੀ ਨੇ ਉਹ ਫਿਰ ਗੱਲ ਸ਼ੁਰੂ ਕੀਤੀ ਆ। ਕ੍ਰਿਸ਼ਨ ਪੂਤਨਾ ਕੇ ਰਮਨਿੰਦ, ਪੂਤਨਾ ਦੇ ਵਾਂਗ ਜਿਵੇਂ ਪੂਤਨਾ ਆਈ ਸੀ ਸ੍ਰੀ ਕ੍ਰਿਸ਼ਨ ਜੀ ਨੂੰ ਖਤਮ ਕਰਨ ਵਾਸਤੇ, ਆਈ ਪਾਪਨ ਪੂਤਨਾ ਦੋਹੇ ਥਣੀ ਵੇਹ ਲਾਏ ਵਹੇਲੀ। ਭਾਈ ਗੁਰਦਾਸ ਜੀ ਨੇ ਬਚਨ ਕੀਤੇ ਹਨ। ਇਵੇਂ ਹੀ ਕਵੀ ਜੀ ਕਹਿੰਦੇ ਕਿ ਉਸ ਪਾਪਨ ਪੂਤਨਾ ਦੇ ਵਾਂਗ ਇਹ ਦਾਈ ਵੀ ਚੱਲ ਕੇ ਆਈ ਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਖਤਮ ਕਰਨ ਵਾਸਤੇ। ਮੋਹਿ ਬਿਖੇ ਗੁਣ ਦਿਓ ਪ੍ਰਭੂ ਨੇ, ਕੀ ਆਖਿਆ ਕਹਿਣ ਲੱਗੀ ਮੇਰੇ ਵਿੱਚ ਇੱਕ ਬਹੁਤ ਵੱਡਾ ਗੁਣ ਉਸ ਅਕਾਲ ਪੁਰਖ ਵਾਹਿਗੁਰੂ ਨੇ ਉਹ ਮੈਨੂੰ ਬਖਸ਼ਿਸ਼ ਕੀਤਾ ਹੈ। ਬਾਹੋ ਬਾਲਕ ਤੇ ਮੈਂ ਪਤੀ ਆਏ, ਇਹ ਜਿਹੜਾ ਗੁਣ ਆ ਨਾ ਮੈਂ ਬਹੁਤ ਬਾਲਕਾਂ ਦੇ ਉੱਪਰ ਬੱਚਿਆਂ ਦੇ ਉੱਪਰ ਅਪਣਾ ਕੇ ਵੀ ਵੇਖਿਆ ਹੈ। ਪਾਨ ਕਰੇ ਜੋ ਅਸਤਨ ਮੇਰੇ, ਜਿਹੜਾ ਵੀ ਬਾਲਕ ਮੇਰੇ ਅਸਤਨਾ ਤੋਂ ਦੁੱਧ ਇੱਕ ਵਾਰ ਪੀ ਲੈਂਦਾ ਚੁੰਘ ਲੈਂਦਾ, ਇਸ ਸਿਸ ਕੇ ਦੁੱਖ ਨਿਕੜ ਨਾ ਆਏ, ਉਸ ਬਾਲਕ ਦੇ ਜਿਹੜੇ ਕੋਈ ਵੀ ਦੁੱਖ ਆਉਂਦਾ ਨਹੀਂ। ਹਰਿ ਅਰੁਚ ਕੋ ਤਤ ਸ਼ਨ ਸ਼ੁੱਧਤ ਹੈ, ਬਸ ਮੇਰੇ ਦੁੱਧ ਮੇਰੇ ਅਸਥਣ ਤੋਂ ਦੁੱਧ ਚੁੰਘਦਿਆਂ ਸਾਰ ਹੀ ਉਹ ਬਾਲਕ ਜਿਹੜਾ ਦੁੱਧ ਨਹੀਂ ਨਾ ਪੀਂਦਾ ਵੀ ਚੁੰਘਦਾ ਨਹੀਂ ਤੇ ਉਹ ਚੁੰਘਣ ਲੱਗ ਪੈਂਦਾ ਹੈ। ਆਰ ਬਲਾ ਸੋ ਅਧਿਕ ਬਿਰਧਾਏ, ਫਿਰ ਇੱਕ ਮੇਰੇ ਦੁੱਧ ਦੇ ਵਿੱਚ ਹੋਰ ਵਡਿਆਈ ਆ ਕਿ ਉਹਦੇ ਨਾਲ ਬੱਚੇ ਦੀ ਉਮਰ ਵੀ ਵੱਧਦੀ ਹੈ। ਇਸ ਤਰ੍ਹਾਂ ਇਹ ਵਡਿਆਈਆਂ ਕਰਦੀ ਹੈ ਆਪਣੀਆਂ। ਰਹੇ ਨਿਰੋਵਾ ਸੁਖ ਸੋ ਬੈ ਮੈਂ, ਸਾਰੀ ਉਮਰ ਹੀ ਬਾਲਕ ਉਹ ਨਵਾਂ ਨਿਰੋਆ ਰਹਿੰਦਾ ਹੈ, ਕਿਸੇ ਪ੍ਰਕਾਰ ਦਾ ਰੋਗ ਨਹੀਂ ਲੱਗਦਾ ਉਹਨੂੰ। ਨਹਿ ਔਸ਼ਧ ਕੀ ਚਾਹੇ ਰਹਾਏ, ਫਿਰ ਉਹਦੇ ਵਾਸਤੇ ਕਿਸੇ ਵੀ ਦਵਾਈ ਦੀ ਔਸ਼ਧ ਕਹਿੰਦੇ ਨੇ ਦਵਾਈ ਨੂੰ, ਦਵਾਈ ਦੀ ਲੋੜ ਨਹੀਂ ਪੈਂਦੀ। ਰਾਮਦਾਸਪੁਰ ਬਾਸਕੀਨ ਮੈਂ ਕੋਈ ਦੂਰੋਂ ਚੱਲ ਕੇ ਨਹੀਂ ਆਈ, ਰਾਮਦਾਸਪੁਰ ਉੱਥੋਂ ਚੱਲ ਕੇ ਆਈ ਹਾਂ। ਜਬ ਕੇ ਤੁਮ ਆਏ ਇਸ ਥਾਂ, ਜਦੋਂ ਤੋਂ ਤੁਸੀਂ ਇੱਧਰ ਆ ਗਏ ਆ ਬਸ ਉਸ ਤੋਂ ਬਾਅਦ ਹੀ ਮੈਂ ਉੱਥੇ ਆ ਗਈ ਆ। ਤੁਹਾਡਾ ਇੱਧਰ ਨੂੰ ਆਉਣਾ ਹੋ ਗਿਆ ਹੈ ਤੇ ਮੈਂ ਆਪਣਾ ਵਾਸਾ ਉੱਥੇ ਆ ਕੇ ਫਿਰ ਕਰ ਲਿਆ, ਤੁਹਾਡੇ ਤੋਂ ਬਾਅਦ ਆਈ ਹਾਂ। ਮਮ ਗੁਣ ਸੁਣ ਕੇ ਪ੍ਰਥੀਏ ਆਨੀ, ਤੇ ਮੇਰੇ ਇਸ ਗੁਣ ਨੂੰ ਸੁਣ ਕੇ ਤੇ ਤੁਹਾਡੇ ਜਿਹੜੇ ਪਤੀ ਹਨ ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਸੁਤਵੰਤੀ ਤ੍ਰਿਆ ਸਭ ਢਿੱਗ ਆਏ, ਇੱਕ ਵਾਰ ਉਹਨੇ ਕਹਿੰਦੇ ਮੇਰੇ ਕੋਲ ਇੱਕ ਬਾਲਕ ਵਾਲੀ ਇਸਤਰੀ ਤੇ ਉਹਨੂੰ ਲੈ ਕੇ ਆਇਆ ਸੀ ਤੇ ਮੈਂ ਆਪਣੇ ਅਸਤਨਾ ਤੋਂ ਦੁੱਧ ਉਹਨੂੰ ਚੰਗਾਇਆ। ਇੱਕ ਦੋਏ ਦਿਨ ਅਸਤਨ ਦੇ ਮੇਰੇ, ਇੱਕ ਦੋ ਦਿਨ ਉਸ ਬਾਲਕ ਨੂੰ ਮੈਂ ਦੁੱਧ ਚੰਗਾਉਣਾ ਕੀਤਾ। ਰੋਜ ਗਵਾਏ ਗਮ ਨੀ ਸਮਝਾਏ, ਫਿਰ ਉਹ ਬਾਲਕ ਠੀਕ ਹੋ ਗਿਆ ਤੇ ਉਹਦੀ ਮਾਂ ਆਪਣੇ ਬਾਲਕ ਨੂੰ ਲੈ ਕੇ ਤੇ ਚਲੀ ਗਈ। ਭਗਵਾਨ ਕੋ ਮੈਂ ਚੱਲ ਜਾਵਾਂ, ਮੈਂ ਤਾਂ ਭਾਗਾਂ ਵਾਲਿਆਂ ਦੇ ਕੋਲ ਜਾਨੀ ਆ। ਭਾਗਾਂ ਵਾਲਿਆਂ ਤੋਂ ਭਾਵਕ ਜਿਨ੍ਹਾਂ ਦੇ ਕੋਲ ਧਨ ਪਦਾਰਥ ਨੇ ਉਹਨਾਂ ਦੇ ਕੋਲ ਜਾਂਦੀ ਹਾਂ ਮੈਂ। ਨਿਰਭਾਗਣ ਕੇ ਕੋ ਚੱਲ ਜਾਏ, ਜਿਨ੍ਹਾਂ ਦੇ ਕੋਲ ਧਨ ਹੀ ਨਹੀਂ ਹੈਗਾ ਉਹਨਾਂ ਦੇ ਕੋਲ ਕਿੰਨੇ ਜਾਣਾ ਹੈ। ਇਸ ਕਰਕੇ ਤੁਹਾਡੇ ਕੋਲ ਤੁਹਾਡੀ ਕਿੰਨੀ ਵਡਿਆਈ ਸ਼ੋਭਾ ਮੈਂ ਸੁਣੀ ਆ ਸਾਰੇ ਪਾਸੇ, ਤਾਂ ਹੀ ਤਾਂ ਮੈਂ ਤੁਹਾਡੇ ਕੋਲ ਚੱਲ ਕੇ ਆਈ ਆ। ਤੇ ਨਾਲੇ ਮੇਰੇ ਵਿੱਚ ਇੱਕ ਗੁਣ ਜਿਹੜਾ ਹੈ ਬਹੁਤ ਵੱਡਾ ਹੈ। ਅਦਕ ਚਾਹੇ ਕਰ ਤੁਮਰੇ ਆਈ, ਸੋ ਤੁਹਾਡੇ ਕੋਲ ਮੈਂ ਬਹੁਤ ਹੀ ਚਾਹਨਾ ਪਦਾਰਥਾਂ ਦੀ ਚਾਹਨਾ ਲੈ ਕੇ ਤੇ ਆਉਣਾ ਕੀਤਾ। ਪੂਰੀ ਤੁਹਾਰੀ ਬਸੀ ਜੁਆਨ, ਜਿਹੜੀ ਤੁਹਾਡੀ ਪੂਰੀ ਤੁਸਾਂ ਨੇ ਵਸਾਈ ਹੋਈ ਆ ਨਾ, ਉਹ ਤਲਾਬ ਬਣਾਇਆ ਹੋਇਆ ਹੈ, ਸਰੋਵਰ ਹਰਮੰਦਰ ਸਾਹਿਬ ਬਣਾਇਆ ਹੋਇਆ ਹੈ, ਉਹ ਵਸਾਉਣਾ ਕੀਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਉਸ ਪੂਰੀ ਨੂੰ ਤੁਸੀਂ ਵਸਾਇਆ ਹੈ ਤੇ ਉਸੇ ਪੂਰੀ ਦੇ ਵਿੱਚੋਂ ਚੱਲ ਕੇ ਮੈਂ ਆਈ ਹਾਂ। ਪਰਮੇਸ਼ਰ ਤੇ ਮੈਂ ਨਿਤ ਜਾਚਾਂ, ਮੈਂ ਨਿਤਾ ਪ੍ਰਤੀ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਇਹੀ ਜਾਚਨਾ ਕਰਦੀ ਆ। ਸੁਤਵੰਤੀ ਹੋਏ ਤ੍ਰਿਆ ਮਹਾਨ, ਜਿਹੜੀਆਂ ਇਸਤਰੀਆਂ ਪੁੱਤਰਾਂ ਵਾਲੀਆਂ ਨੇ ਉਹ ਮਹਾਨ ਹੋਵਨ, ਇਹੀ ਮੈਂ ਜਾਚਨਾ ਕਰਦੀ ਆ ਅਕਾਲ ਪੁਰਖ ਵਾਹਿਗੁਰੂ ਦੇ ਹਜੂਰ। ਇਸ ਬਿਦ ਕਰ ਗੁਜਰਾਨ ਕਰਉ ਸਦ, ਬਸ ਇਸ ਤਰ੍ਹਾਂ ਕਰਕੇ ਤੇ ਮੈਂ ਬੱਚਿਆਂ ਨੂੰ ਦੁੱਧ ਜੰਘਾ ਕੇ ਆਪਣੇ ਆਸਣ ਤੋਂ ਤੇ ਆਪਣਾ ਗੁਜਰਾਨ ਉਹ ਚਲਾਉਂਦੀ ਹਾਂ। ਗਰਭ ਸਹਿਤ ਪਾਮੋ ਸਨਮਾਨ, ਬਹੁਤ ਧਨ ਮੈਨੂੰ ਦਿੰਦੇ ਨੇ, ਮੇਰਾ ਸਨਮਾਨ ਕਰਦੇ ਹਨ ਜਿੱਥੇ ਵੀ ਮੈਂ ਜਾਂਦੀ ਆ। ਜੀਵਨ ਜੋਗ ਪੁੱਤਰ ਇਹ ਤੇਰੋ, ਇਹ ਤੁਹਾਡਾ ਪੁੱਤਰ ਇਹ ਜਿਉਣ ਜੋਗਾ ਹੈ। ਮੁਝ ਕੋਸ਼ੜ ਮੈਂ ਦੀਜਹਿਆਨ, ਬਸ ਇਹ ਮੌਕਾ ਪਾ ਕੇ ਤੇ ਕਹਿੰਦੀ ਆ ਕਿ ਆਪਣੇ ਪੁੱਤਰ ਨੂੰ ਮੇਰੀ ਗੋਦੀ ਦੇ ਵਿੱਚ ਇਹ ਮੈਨੂੰ ਦੇਣਾ ਕਰੋ। ਤੇ ਸੁਣ ਸਭ ਤ੍ਰਿਆਂ ਨ ਸਰਾਹੇ, ਜਦੋਂ ਇਹ ਉਹਨੇ ਦੱਸਿਆ ਕਿ ਮੇਰੇ ਵਿੱਚ ਇਹ ਗੁਣ ਹੈ, ਸਾਰੀਆਂ ਇਸਤਰੀਆਂ ਬੈਠੀਆਂ ਹੋਈਆਂ ਨੇ ਉਹਨਾਂ ਨੇ ਵੀ ਉਹਦੀ ਸਲਾਹੁਤਾ ਕੀਤੀ। ਬਸਨ ਬਭੂਖਨ ਸੁੰਦਰ ਹੇਰ, ਸਾਰੇ ਇਹੀ ਵੇਖਦੇ ਆ ਨਾ ਕਿ ਸੋਹਣੇ ਬਸਤਰ ਪਾਏ ਨੇ, ਗਹਿਣੇ ਧਾਰਨ ਕੀਤੇ ਹੋਏ ਹਨ, ਕੋਈ ਵੱਡੀ ਲੱਗਦੀ ਹੈ ਮਾਂ ਨਹੀਂ ਲੱਗਦੀ ਹੈ ਇਹ। ਬਿਨ ਔਸ਼ਧ ਰੁੱਝ ਕੀ ਇਹ ਹਰਤਾ, ਫਿਰ ਕਹਿੰਦੇ ਕਿ ਜਦੋਂ ਕੋਈ ਬਾਲਕ ਇਹਦੇ ਅਸਤਨਾ ਤੋਂ ਦੁੱਧ
ਚੁੰਘ ਲੈਂਦਾ ਹੈ, ਕਿਸੇ ਦਵਾਈ ਦੀ ਲੋੜ ਨਹੀਂ ਪੈਂਦੀ ਉਹਨੂੰ। ਇਹ ਸਭ ਕੁਝ ਸੁਣ ਕੇ ਧਨ ਤੋਹੇ ਗੁਣ ਲਹਿਓ ਬਡੇਰ। ਇਹ ਬਹੁਤ ਵੱਡਾ ਗੁਣ ਹੈ ਤੁਹਾਡੇ ਵਿੱਚ ਜਿਹੜਾ ਉਸ ਪਰਮੇਸ਼ਰ ਨੇ ਦਿੱਤਾ ਹੋਇਆ ਤੁਹਾਨੂੰ। ਮਰਜੀ ਸਭ ਨਾਰਨ ਕੀ ਲਾਹ ਕਰ। ਹੁਣ ਜਿੰਨੀਆਂ ਇਸਤਰੀਆਂ ਉੱਥੇ ਬੈਠੀਆਂ ਸੀ ਸਾਰਿਆਂ ਨੇ ਵਡਿਆਈ ਸ਼ੁਰੂ ਕਰਨੀ। ਫਿਰ ਉਹਨਾਂ ਸਾਰਿਆਂ ਦੇ ਰੋਕ ਨੂੰ ਵੇਖ ਕੇ ਤੇ ਮਾਤਾ ਗੰਗਾ ਜੀ ਨੇ ਮਾਤ ਗੰਗ ਬਿਸਮਾਏ ਕਨੇਰ। ਮਾਤਾ ਗੰਗਾ ਜੀ ਨਾਲੇ ਤਾਂ ਪ੍ਰਸੰਨ ਹੁੰਦੇ ਨੇ, ਨਾਲੇ ਮਨ ਦੇ ਵਿੱਚ ਹੈਰਾਨ ਹੁੰਦੇ ਨੇ। ਹੈਰਾਨ ਹੋ ਕੇ ਤੇ ਪ੍ਰਸੰਨ ਵੀ ਹੁੰਦੇ ਨੇ ਕਿ ਇੱਕ ਐਸਾ ਗੁਣ ਹੈ ਇਹਦੇ ਵਿੱਚ। ਦਿਓ ਪੁੱਤਰ ਤਿਸ ਗੋਦ ਪਰਮੋਦਤ। ਆਪਣੀ ਗੋਦੀ ਦੇ ਵਿੱਚੋਂ ਪੁੱਤਰ ਨੂੰ ਉਠਾ ਕੇ ਤੇ ਉਹਦੀ ਗੋਦੀ ਦੇ ਵਿੱਚ ਬਿਠਾ ਦਿੱਤਾ। ਦੁਸ਼ਟ ਜੀਐ ਤਿਨ ਕੋ ਸਾਮ ਸ਼ੇਰ। ਐਸੇ ਸਤਿਗੁਰੂ ਦੀਨ ਦੁਨੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕਵੀ ਜੀ ਕਹਿੰਦੇ ਕਿ ਸਤਿਗੁਰੂ ਇਹ ਦੁਸ਼ਟ ਬਣ ਕੇ ਆਈ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੁਸ਼ਟਾਂ ਨੂੰ ਖਤਮ ਕਰ ਲਈ ਸ਼ੇਰ ਦੇ ਵਾਂਗ ਨੇ। ਸ਼ੇਰ ਸਰੂਪ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਸ੍ਰੀ ਗੁਰੂ ਹਰਗੋਬਿੰਦ ਚਿਤ ਜਾਨੀ। ਸੋ ਕਵੀ ਜੀ ਕਹਿੰਦੇ ਕਿ ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਜਾਣ ਲਿਆ ਸੀ ਕਿ ਇਸ ਤਰ੍ਹਾਂ ਦਾਈ ਨੇ ਆਉਣਾ ਹੈ। ਇਹ ਜਾਣ ਕੇ ਕਰੂਰ ਜੋ ਕਰਮ ਆਵੇ ਨਾਰ। ਇਹ ਖੋਟੇ ਕਰਮਾਂ ਵਾਲੀ ਦਾਈ ਤੇ ਉਹ ਇੱਥੇ ਚੱਲ ਕੇ ਆਵੇਗੀ। ਜਨ ਚਾਰ ਕਿਤੇ ਅਨਮਨ ਹੋਏ ਜਿਸ। ਸੋ ਇਸ ਤਰ੍ਹਾਂ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਕਿਉਂ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ। ਆਉਣ ਵਾਲੇ ਸਮੇਂ ਦੇ ਵਿੱਚ ਗੁਰਤਾ ਗੱਦੀ ਦੇ ਮਾਲਕ ਬਣਨਾ ਹੈ ਤੇ ਸਤਿਗੁਰਾਂ ਨੇ ਕਹਿੰਦੇ ਜਾਣ ਕੇ ਪਹਿਲਾਂ ਹੀ 2-3 ਦਿਨ ਦੁੱਧ ਜਿਹੜਾ ਸੀ ਚੁੰਗਣਾ ਉਹ ਪਹਿਲਾਂ ਹੀ ਛੱਡ ਦਿੱਤਾ। ਜਿਸ ਤੇ ਮਾਤ ਚਿੰਤ ਲੈ ਧਾਰ। ਜਿੰਦੇ ਕਰਕੇ ਮਾਤਾ ਜੀ ਨੇ ਆਪਣੇ ਮਨ ਦੇ ਵਿੱਚ ਚਿੰਤਾ ਧਾਰਨ ਕੀਤੀ ਹੋਈ। ਭਾਏ ਉਸ਼ੰਗ ਦੇਹਗੀ ਰੋਚ ਕਰ। ਕਿਉਂਕਿ ਸੋਚਿਆ ਕਿ ਜੇ ਤਾਂ ਇਹ ਕੰਮ ਨਾ ਕੀਤਾ, ਨਾ ਛੱਡਿਆ ਦੁੱਧ 2-3 ਦਿਨ ਪਹਿਲਾਂ ਚੁੰਗਣਾ, ਫਿਰ ਤਾਂ ਮਾਤਾ ਜੀ ਹੋ ਸਕਦਾ ਨਾ ਉਹ ਦਾਈ ਦੇ ਕੋਲ ਭੇਜਣ, ਉਹਦੀ ਗੋਦੀ ਦੇ ਵਿੱਚ ਬਿਠਾਉਣ। ਇਹ ਤਰੀਕਾ ਠੀਕ ਹੈ। ਕਵੀ ਜੀ ਕਹਿੰਦੇ ਇਸੇ ਕਰਕੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਹਿਬਜ਼ਾਦਾ ਜੀ ਨੇ ਇਹ ਕੰਮ ਜਿਹੜਾ ਸੀ ਕੀਤਾ ਹੈ। ਜਾਂ ਤੇ ਪੂਰਬ ਵਿਧੀ ਸੁਧਾਰ। ਜਦੋਂ ਉਹ ਆਵੇਗੀ ਤੇ ਪਹਿਲੀ ਗੱਲ ਨੂੰ ਚੇਤੇ ਕਰਕੇ ਤੇ ਮਾਤਾ ਗੰਗਾ ਜੀ ਮੈਨੂੰ ਉਹਦੀ ਗੋਦੀ ਦੇ ਵਿੱਚ ਬਿਠਾ ਦੇਣਗੇ। ਦੁਸ਼ਟਨ ਕੇ ਨਾਸ਼ਨ ਕੋ ਮਾਮਤਨ। ਕਿਉਂਕਿ ਨਾਲੇ ਸਾਡਾ ਸਰੀਰ ਉਹ ਦੁਸ਼ਟਾਂ ਦਾ ਖਾਤਮਾ ਕਰਨ ਵਾਸਤੇ ਤਾਂ ਹੋਇਆ। ਬਾਬਾ ਬੁੱਢਾ ਜੀ ਨੇ ਬਚਨ ਕੀਤੇ ਨੇ ਕਿ ਅਵਤਾਰ ਆਉਣਗੇ, ਆਉਣ ਵਾਲੇ ਸਮੇਂ ਦੇ ਗੁਰਤਾ ਗੱਦੀ ਦੇ ਮਾਲਕ ਬਣਨਗੇ। ਉਹਨਾਂ ਦੀ ਤਲਵਾਰ ਜੰਗ ਦੇ ਮੈਦਾਨ ਦੇ ਵਿੱਚ ਚੱਲੇਗੀ, ਦੁਸ਼ਟਾਂ ਦਾ ਖਾਤਮਾ ਕਰਨਗੇ। ਤੇ ਦੁਸ਼ਟਾਂ ਨੂੰ ਖਤਮ ਕਰਨ ਵਾਸਤੇ ਸਰੀਰ ਧਾਰਨ ਕੀਤਾ ਤੇ ਫਿਰ ਛੋਟੀ ਉਮਰ ਤੋਂ ਹੀ ਕੰਮ ਸ਼ੁਰੂ ਕਰ ਦੇਣੇ ਚਾਹੀਦੇ ਹਨ। ਸਿਸ ਸਰੂਪ ਤੇ ਕਰੀ ਸੋਕਾਰ। ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿਸ ਸਰੂਪ ਬਾਲਕ ਸਰੂਪ ਤੋਂ ਹੀ ਇਹ ਕੰਮ ਦੁਸ਼ਟਾਂ ਦਾ ਖਾਤਮਾ ਕਰਨਾ ਸ਼ੁਰੂ ਕਰ ਦਿੱਤਾ। ਭਾਏ ਉਸ਼ੰਗ ਗਏ ਹੋਏ ਚੰਚਲ। ਉਸੇ ਵਕਤ ਹੀ ਬੜੀ ਛੇਤੀ ਦੇ ਨਾਲ ਜਿਉਂ ਹੀ ਮਾਤਾ ਗੰਗਾ ਜੀ ਆਪਣੀ ਗੋਦੀ ਤੋਂ ਉਠਾ ਕੇ ਬਾਲਕ ਨੂੰ ਦੇਣ ਲੱਗੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਵਕਤ ਛੇਤੀ ਦੇ ਨਾਲ ਉਹਦੇ ਵੱਲ ਨੂੰ ਚਲੇ ਗਏ। ਇਹ ਤੁਤ ਮੁਖ ਕਰ ਅੰਗ ਚਲੰਤ। ਇੱਧਰ ਉੱਧਰ ਵੇਖ ਕੇ ਤੇ ਆਪਣੇ ਅੰਗ ਹੱਥ ਪੈਰ ਹਿਲਾਉਣ ਲੱਗ ਪਏ ਬਾਲਕ ਸਰੂਪ। ਕੁਛ ਰੋਦਨ ਕਰ ਬਾਹਰ ਟਕੇ ਤਹਿ। ਥੋੜਾ ਕਰੋਏ ਨੇ, ਰੋ ਕੇ ਤੇ ਬਸ ਫਿਰ ਚੁੱਪ ਹੋ ਗਏ। ਲੋਰੀ ਦੇ ਤ ਮਦਰ ਸ਼ਾਲਵੰਤ। ਹੁਣ ਉਹ ਦਾਈ ਉਹਨੇ ਆਪਣੇ ਹੱਥਾਂ ਦੇ ਵਿੱਚ ਬਾਲਕ ਨੂੰ ਚੁੱਕ ਲਿਆ ਤੇ ਲੋਰੀਆਂ ਦੇਣ ਲੱਗ ਪਈ। ਅੰਗਿਆ ਤੇ ਅਸਤਨ ਕਰ ਬਾਹਰ। ਸੋ ਆਪਣੇ ਅਸਥਨ ਤੋਂ ਅਸਥਨ ਜਿਹੜੇ ਹਨ ਉਹਨਾਂ ਨੂੰ ਬਾਹਰ ਕੀਤਾ ਹੈ। ਇੱਕ ਹੱਥ ਸੋ ਸਮੁਖ ਕਰੰਤ। ਆਪਣੇ ਇੱਕ ਹੱਥ ਦੇ ਨਾਲ ਆਪਣੇ ਅਸਥਨ ਨੂੰ ਫੜ ਕੇ ਦੂਸਰ ਕਾਰ ਪਰ ਸਿਸ ਕੋ ਧਾਰ ਕਰ। ਦੂਸਰੇ ਪਾਸੇ ਕਪੜਾ ਜਿਹੜਾ ਸੀ ਉਹਨੂੰ ਸਿਰ ਦੇ ਉੱਪਰ ਕਰ ਦਿੱਤਾ ਕਿ ਪਤਾ ਨਾ ਲੱਗ ਜਾਵੇ ਕਿਸੇ ਨੂੰ। ਉੱਪਰ ਡਾਰਿਓ ਬਸਤਰ ਦੁਰੰਤ। ਆਪਣਾ ਬਸਤਰ ਜਿਹੜਾ ਸੀ ਨਾ ਕਾਲੀ ਦੇ ਨਾਲ ਉੱਪਰ ਕਰ ਦਿੱਤਾ ਹੈ। ਪਵਿੱਤ ਤਤ ਸ਼ਨ ਅੰਤਰ ਬਸਨ ਅਸਤਨ ਦੇਤ। ਸੋ ਤੁਰੰਤ ਹੀ ਕਹਿਣ ਲੱਗੇ ਆਪਣੇ ਕੱਪੜੇ ਦੇ ਹੇਠੋਂ ਸਰੀਰ ਦੇ ਇਸ ਤਰੀਕੇ ਦੇ ਨਾਲ ਜਿਹੜੇ ਕੱਪੜੇ ਪਹਿਨੇ ਹੋਏ ਨੇ ਆਪਣੇ ਅਸਥਨ ਨੂੰ ਕੱਢ ਕਰਕੇ ਦਾਈ ਨੇ ਲੇਤਨ ਤਨਕ ਗਏ ਹੋਤ ਇਤ ਉਤਨਾ। ਹੁਣ ਉਹ ਦਾਈ ਅਸਥਨ ਬਾਲਕ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖ ਦੇ ਵਿੱਚ ਪਾਉਣਾ ਚਾਹੁੰਦੀ ਹੈ, ਪਰ ਲੇਤ ਨਾ ਤਨਕ ਤਿਲ ਮਾਤਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਹੀਂ ਲੈਂਦੇ। ਕਦੀ ਇੱਧਰ ਮੂੰਹ ਕਰ ਲੈਂਦੇ ਨੇ, ਕਦੀ ਉਧਰ ਮੂੰਹ ਕਰ ਲੈਂਦੇ ਹਨ। ਕਾਢੋ ਜਬ ਕੀਨ ਤੇ ਪਇਓ ਧਰ ਕੋ ਲੀਨ ਮੁਖ। ਫਿਰ ਕਹਿੰਦੇ ਜਦੋਂ ਜਾਦੀ ਫਿਰ ਉਹਨੇ ਜਿੱਦ ਜੀ ਕੀਤੀ ਨਾ ਦਾਈ ਨੇ, ਉਹ ਧੱਕੇ ਦੇ ਨਾਲ ਚਾਹੁੰਦੀ ਆ ਕਿ ਛੇਤੀ ਦੇ ਨਾਲ, ਕਿਉਂ ਉਹਨੇ ਤਾਂ ਆਪਣਾ ਕੰਮ ਕਰਨਾ।
ਜਿਹੜਾ ਸਿਖਾ ਕੇ ਭੇਜਿਆ ਹੋਇਆ ਹੈ ਕਿ ਇਸ ਤਰ੍ਹਾਂ ਇਹ ਕੰਮ ਕਰਨਾ ਹੈ, ਇਸ ਬਹਾਨੇ ਦੁੱਧ ਦੇਣ ਦੇ ਬਹਾਨੇ ਉਹ ਬਾਲਕ ਖਤਮ ਹੋ ਜਾਵੇਗਾ। ਸੋ ਛੇਤੀ ਕਰਦੀ ਹੈ, ਕਾਹਲੀ ਕਰਦੀ ਹੈ, ਜਿੱਦ ਦੇ ਨਾਲ, ਧੱਕੇ ਦੇ ਨਾਲ ਆਪਣੇ ਆਸਣ ਨੂੰ ਬਾਲਕ ਦੇ ਮੁਖ ਦੇ ਵਿੱਚ ਪਾਉਣਾ ਚਾਹਿਆ। ਹਾਥ ਕੋ ਪਸਾਰ ਗਈ ਸ਼ੋਰੀ ਤਬ ਗੂਤਨ। ਕਹਿੰਦੇ ਕੀ ਕੀਤਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਹੱਥ ਜਿਹੜਾ ਸੀ ਤਾਂ ਕਰਕੇ ਤੇ ਉਹਦੀ ਗੁੱਤ ਜਿਹੜੀ ਹੈ ਫੜ ਲਈ। ਦੂਜੇ ਹੱਥ ਸਾਥ ਗਇਓ ਦੂਜੋ ਕੁਝ ਦ੍ਰਿੜ ਕਰ। ਦੂਸਰੇ ਹੱਥ ਦੇ ਨਾਲ, ਆਪਣੇ ਹੱਥ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲਕ ਸਰੂਪ ਨੇ ਤੇ ਉਸ ਦਾਈ ਦਾ ਆਸਣ ਜਿਹੜਾ ਸੀ ਫੜ ਲਿਆ ਹੈ। ਕ੍ਰਿਤ ਹੇਤ ਆਈ ਲਾਗੇ ਲੋਭ ਭੂਤਨ। ਜਿਹੜੀ ਲੋਭ ਕਰਕੇ ਜਿਹੜੀ ਭੂਤਨੀ ਆਈ ਸੀ ਨਾ, ਤੇ ਇਸ ਤਰ੍ਹਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕੀਤਾ। ਜਾਂ ਕੋ ਮਨ ਭੂਤਨ ਲਖਿਓ ਗੁਰ ਸਪੂਤਨ। ਜਿਸ ਇਸ ਭੂਤਨੀ ਨੇ ਜਾਣਿਆ ਨਹੀਂ ਕਿ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਨੇ, ਐਸੀ ਇਹ ਪਾਪਨ ਬਣ ਕੇ ਆਈ ਆ। ਕਿਸੇ ਕੇ ਤੀਰ ਪੂਤਨ ਸੰਘਾਰੀ ਸਾਮ ਪੂਤਨ। ਜਿਸ ਦੇ ਵਿੱਚ ਪੁੱਤਰ ਦਾ ਪ੍ਰੇਮ ਹੀ ਨਹੀਂ ਹੈਗਾ, ਪੁੱਤਰ ਨੂੰ ਮਾਰਨ ਵਾਸਤੇ, ਬੱਚੇ ਨੂੰ ਖਤਮ ਕਰਨ ਵਾਸਤੇ ਆਈ ਹੈ। ਪਾਪਨ ਬਣ ਕੇ ਪੂਤਨਾ ਦੇ ਵਾਂਗ, ਤੇ ਪੂਤਨਾ ਦੇ ਵਾਂਗ ਹੀ ਆਈ ਸੀ ਤੇ ਉਹਦੇ ਵਾਂਗ ਹੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਖਤਮ ਕਰ ਦਿੱਤਾ। ਗਾਡੇ ਅੰਗ ਪੀਰ ਕਰ ਗਾਡੀ ਔਰ ਪੀਰ ਕਰ। ਹੁਣ ਜਦੋਂ ਘੁੱਟ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਸਾਹਿਬਜ਼ਾਦੇ ਨੇ ਉਹਦਾ ਇੱਕ ਆਸਣ ਫੜਿਆ ਹੋਇਆ, ਇੱਕ ਹੱਥ ਗੋਤੇ ਉੱਪਰ ਪਾਇਆ ਹੋਇਆ, ਫੜਿਆ ਹੋਇਆ ਹੈ। ਪ੍ਰਾਣ ਤੇ ਸਰੀਰ ਕਰ ਪਿੰਨ ਐਂਚ ਲੀਨਿਓ। ਬਹੁਤ ਪੀੜ ਹੋ ਰਹੀ ਹੈ ਦਾਈ ਦੇ। ਪ੍ਰਾਣ ਜਿਹੜੇ ਸੀ ਉਹ ਸਰੀਰ ਦੇ ਵਿੱਚੋਂ ਖਿੱਚ ਕੇ ਤੇ ਅਲੱਗ ਕਰ ਦਿੱਤੇ। ਜੈਸੇ ਪੋਲ ਤੀਲ ਤੇ ਕਿ ਲਾਲ ਕੋਸੋ ਫੂਕ ਨਾਲ। ਕਹਿੰਦੇ ਕਵੀ ਜੀ ਕਹਿੰਦੇ ਜਿਵੇਂ ਤੀਲੇ ਦੀ ਫੂਕ ਹੁੰਦੀ ਆ ਨਾ, ਤੀਲੇ ਦੇ ਵਿੱਚ ਜਿਹੜਾ ਪਤਲਾ ਤੀਲਾ ਹੁੰਦਾ ਤੇ ਉਹਦੇ ਵਿੱਚ ਮੋਹਰੀ ਹੋਵੇ, ਉਹਦੇ ਨਾਲ ਜਿਵੇਂ ਬਾਲਕ ਜਿਹੜੇ ਨੇ ਪਾਣੀ ਨੂੰ ਫੂਕ ਦੇ ਨਾਲ ਆਪਣੇ ਸਾਹ ਦੇ ਨਾਲ ਖਿੱਚ ਲੈਂਦੇ ਨਾ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੇ ਪ੍ਰਾਣ ਜਿਹੜੇ ਸੀ ਸਰੀਰ ਦੇ ਵਿੱਚੋਂ ਖਿੱਚ ਲਾਏ। ਖਿੱਚ ਲੇਤ ਬਾਲਕ ਸੁਭਾਏ ਹੀ ਕੀਨਿਓ। ਸੋ ਪ੍ਰਾਣਾ ਤੋਂ ਰਹਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਕਰ ਦਿੱਤਾ। ਹਾਏ ਹਾਏ ਬੋਲਤੀ ਬਿਹਾਲ ਹੋਏ ਵਿਸਾਲ ਬਾਲ। ਸੋ ਹਾਏ ਹਾਏ ਬੋਲਦੀ ਹੈ, ਰੌਲਾ ਪਾਉਂਦੀ ਹੈ, ਕੀ ਹੋ ਗਿਆ ਹੈ, ਮੈਂ ਮਰੀ ਜਾ ਰਹੀ ਹਾਂ, ਇਸ ਤਰ੍ਹਾਂ ਰੌਲਾ ਪਾਉਣਾ ਸ਼ੁਰੂ ਕਰਤਾ ਉਹਨੇ। ਛੋੜ ਅਬ ਮੋਹਿ ਕੋ ਪ੍ਰਤਾਪ ਚਿਤ ਚੀਨਿਓ। ਕਹਿੰਦੀ ਬਾਲਕ ਛੱਡ ਦੋ ਮੈਨੂੰ, ਛੱਡ ਦੋ ਵੀ। ਰੌਲਾ ਪਾਉਂਦੀ ਹੈ, ਮੈਂ ਜਾਣ ਲਿਆ ਤੁਹਾਡੇ ਪ੍ਰਤਾਪ ਨੂੰ ਕਿ ਤੁਸੀਂ ਆਮ ਬਾਲਕ ਨਹੀਂ। ਲੋਚਨ ਮੈਂ ਨੀਰ ਪਰ ਤੀਰ ਹਰ ਚੀਰ ਤਜ। ਬਸ ਕੀ ਹੋਇਆ, ਅੱਖਾਂ ਦੇ ਵਿੱਚੋਂ ਨੀਰ ਵਹਿੰਦਾ ਜਾ ਰਿਹਾ ਹੈ। ਆਪਣੇ ਕੱਪੜੇ ਸਾਰੇ ਕਹਿੰਦੇ ਉਹਨੇ ਛੱਡ ਦਿੱਤੇ ਤੇ ਬਹੁਤ ਦਰਦ ਹੁੰਦੀ ਪਈ ਆ। ਭਰੀ ਸਭ ਤੀਰ ਤਰ ਪ੍ਰਾਣ ਕਰ ਹੀਨਿਓ। ਪ੍ਰਾਣਾ ਤੋਂ ਹੀਨਾ ਹੋ ਕੇ ਤੇ ਧਰਤੀ ਦੇ ਉੱਪਰ ਲੇਟ ਗਈ। ਮੁਕਤੀ ਪੁਕਾਰ ਬਿਸੰਗ ਪਾਰ ਹੋਏ ਪਸਾਰ ਅੰਗ। ਸੋ ਇਸ ਤਰ੍ਹਾਂ ਪੁਕਾਰਾਂ ਕਰਦੀ ਹੈ, ਬੇਬਸ ਹੋ ਕਰਕੇ ਤੇ ਪਈ ਹੋਈ ਹੈ ਧਰਤੀ ਦੇ ਉੱਪਰ। ਪਰੀ ਮਿਰਤ ਭਈ ਦ੍ਰਿਗ ਨਿਕਰ ਪ੍ਰਾਣ ਜਾਨ। ਪ੍ਰਾਣ ਨਿਕਲ ਗਏ ਨੇ, ਮਰੀ ਪਈ ਹੋਈ ਆ। ਮੁਖ ਤੇ ਝਰੂਰ ਜਾਤ ਪੀਰੀ ਗਈ ਸਭ ਰਾਤ। ਸੋ ਕਹਿੰਦੇ ਨੇ ਕਿ ਮੂੰਹ ਦੇ ਵਿੱਚੋਂ ਝੱਗ ਨਿਕਲਦੀ ਪਈ ਹੈ ਤੇ ਰੰਗ ਜਿਹੜਾ ਪੀਲਾ ਪੈ ਗਿਆ ਹੈ। ਭਇਓ ਉਤਪਾਤ ਹੇਰ ਨਾਰੀ ਬਿਸਮਾਈ ਮਨ। ਸਾਰੇ ਪਾਸੇ ਇਹ ਉਪੱਦਰ, ਐਸਾ ਉਪੱਦਰ ਜਿਹੜਾ ਸੀ ਹੋ ਗਿਆ ਹੈ, ਇਸਤਰੀਆਂ ਵੇਖ ਕੇ ਤੇ ਹੈਰਾਨ ਹੋ ਗਈਆਂ। ਕਹਾਂ ਹੋਏ ਗਇਓ ਬੈਠੀ ਸਭਨ ਮੈਂ ਲਿਓ ਸਿਸ। ਕਹਿੰਦੇ ਕੀ ਹੋ ਗਿਆ, ਹੁਣੇ ਤਾਂ ਜੇ ਪੁੱਤਰ ਨੂੰ, ਬਾਲਕ ਨੂੰ ਆਪਣੀ ਗੋਦੀ ਦੇ ਵਿੱਚ ਲੈ ਕੇ ਤੇ ਬੈਠੀ ਸੀ। ਤਰਾਸ ਉਪਜਿਓ ਤਜੀ ਦਰ ਜਹਾਂ ਭਰਿਓ। ਸਾਰਿਆਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ। ਜਿੱਥੇ ਇਸਤਰੀਆਂ ਖੜੀਆਂ ਸਨ ਉਹ ਜਗ੍ਹਾ ਨੂੰ ਛੱਡ ਕੇ ਤੇ ਸਾਰੀਆਂ ਦੌੜ ਗਈਆਂ। ਕੋਈ ਕਿੱਧਰ ਨੂੰ ਚਲੀ ਗਈ ਹੈ, ਕੋਈ ਕਿਹੜੇ ਪਾਸੇ ਚਲੀ ਗਈ। ਗੰਗਾ ਭੈ ਭੀਤ ਪਈ ਪੁੱਤਰ ਨੂੰ ਗਹਿਨ ਧਾਈ। ਮਾਤਾ ਗੰਗਾ ਜੀ ਵੀ ਭੈ ਭੀਤ ਹੋ ਗਏ ਨੇ, ਕਾਲੀ ਦੇ ਨਾਲ ਆਏ ਨੇ ਆਪਣੇ ਪੁੱਤਰ ਬਾਲਕ ਨੂੰ ਉਠਾਉਣ ਵਾਸਤੇ। ਹਾਥਨ ਉਚਾਵੇ ਪ੍ਰਿਆ ਕਿਰਪਨ ਕੋ ਮਾਨੋ ਧਨ। ਕਵੀ ਜੀ ਕਹਿੰਦੇ ਜਿਵੇਂ ਕੋਈ ਸੋਮ ਜਿਹੜਾ ਨਾ ਆਪਣੇ ਧਨ ਨੂੰ ਦਬ ਦਬ ਲਕਾਉਂਦਾ ਨਾ ਕਿ ਪਤਾ ਨਾ ਲੱਗ ਜਾਵੇ, ਇਸ ਤਰ੍ਹਾਂ ਮਾਤਾ ਗੰਗਾ ਜੀ ਕਹਿੰਦੇ ਦੌੜ ਕੇ ਆਏ ਨੇ, ਕਾਲੀ ਦੇ ਨਾਲ ਉਹਨਾਂ ਵੇਖਿਆ ਪੁੱਤਰ ਨੂੰ ਤੇ ਦਵਾ ਦਬ ਉਠਾ ਲਿਆ। ਹਾਥ ਗਹੀ
ਇਹੀ ਬੇਨੀ ਬਲ ਸਾਥ ਨਹਿ ਸ਼ੋਰੇ ਤਾਹੇ। ਹੁਣ ਚੁੱਕਦੇ ਤਾਂ ਹੈ ਨੇ ਮਾਤਾ ਗੰਗਾ ਜੀ, ਪਰ ਇੱਕ ਹੱਥ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁੱਤ ਦੇ ਉੱਪਰ ਪਿਆ ਹੋਇਆ, ਗੁੱਤ ਫੜੀ ਹੋਈ ਹੈ, ਉਹ ਚੁੱਕਦੇ ਨੇ। ਉਹ ਬਾਲਕ ਰੂਪ ਸਾਹਿਬਜ਼ਾਦਾ ਜੀ ਗੁੱਤ ਛੱਡਦੇ ਨਹੀਂ। ਮਾਤ ਛੁੜਕਾਵੇ ਕਹਾਂ ਏਤਨੋ ਸੋ ਹੋਏ ਜੋ। ਮਾਤਾ ਜੀ ਜੋਰ ਤਾਂ ਲਾਉਂਦੇ ਨੇ ਕਿ ਛੱਡਦੇ ਨੇ, ਪਰ ਇੰਨਾ ਜ਼ੋਰ ਹੋਵੇ ਤਾਂ ਹੀ ਹੈ ਨਾ। ਇਹ ਕੋਈ ਆਮ ਬਾਲਕ ਨਹੀਂ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਹੱਥ ਗੁੱਤ ਤੇ ਪਾਇਆ ਹੋਇਆ, ਫੜਿਆ ਹੋਇਆ ਹੈ। ਦਾਸੀ ਕੋ ਪੁਕਾਰੇ ਰਿਸ ਭਰੀ ਕਿਉਂ ਨ ਆਵੇ ਪਾਸ। ਜਿਹੜੀਆਂ ਦਾਸੀਆਂ ਨੇ ਇਸ ਤਰੀਕੇ ਦੇ ਨਾਲ ਉੱਚੀ ਉੱਚੀ ਰੌਲਾ ਪਾਉਂਦੀਆਂ, ਆਵਾਜ਼ਾਂ ਮਾਰਦੀਆਂ ਹਨ ਦਾਸੀਆਂ ਨੂੰ ਕਿ ਦਾਸੀ ਕੋ ਪੁਕਾਰੈ ਰਿਸ ਭਰੀ ਕਿਉਂ ਨਾ ਆਵੇ ਪਾਸ। ਕਿ ਤੁਹਾਨੂੰ ਦਾਸੀਆਂ ਕਾਹਦੇ ਵਾਸਤੇ ਬਣਾਇਆ ਹੋਇਆ? ਤੁਸੀਂ ਨੇੜੇ ਕਾਹਤੋਂ ਨਹੀਂ ਆਉਂਦੀਆਂ? ਵੀ ਇੰਨਾ ਵੱਡਾ ਕੰਮ ਹੋ ਗਿਆ, ਕੀ ਹੋ ਗਿਆ? ਤੁਸੀਂ ਦੂਰ ਕਾਹਦੇ ਵਾਸਤੇ ਚਲੀਆਂ ਗਈਆਂ? ਕੰਪਤ ਸਰੀਰ ਤਰਾਸ ਧਾਰੇ ਉਤਪਾਤ ਕੋ। ਸਰੀਰ ਜਿਹੜਾ ਹੈ ਮਾਤਾ ਗੰਗਾ ਜੀ ਦਾ ਉਹ ਕੰਮਦਾ ਪਿਆ ਹੈ। ਮੇਰੀ ਗਨ ਆਏ ਨੀਠ ਨੀਠ ਕਰ ਸ਼ੋਰੀ ਤਬ। ਸੋ ਹੌਲੀ ਹੌਲੀ ਕਹਿੰਦੇ ਸਾਰੀਆਂ ਹੀ ਇਸਤਰੀਆਂ ਜਿਹੜੀਆਂ ਨੇ ਦਾਸੀਆਂ, ਤੇ ਉਹ ਫਿਰ ਆ ਗਈਆਂ ਕੋਲੇ। ਕੰਠ ਸੋਂ ਲਗਾਇਓ ਨੰਦ ਪਰਿਓ ਹੈ ਬਿਲੰਦੇ ਸ਼ੋ। ਸਾਰੇ ਪਾਸੇ ਰੌਲਾ ਪਿਆ ਹੋਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਗਲ ਦੇ ਨਾਲ ਮਾਤਾ ਜੀ ਨੇ ਲਾ ਲਿਆ। ਮਰੀ ਦੋਹ ਚਾਰਣੀ ਤੇ ਕੁਸ਼ਕ ਪ੍ਰਕਾਸ਼ ਭਇਓ। ਸੋ ਇਸ ਤਰੀਕੇ ਦੇ ਨਾਲ ਜੋ ਉਹ ਦਾਈ ਜਿਹੜੀ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਹਿਬਜ਼ਾਦੇ ਨੂੰ ਖਤਮ ਕਰਨਾ ਚਾਹੁੰਦੀ ਸੀ, ਪਰ ਆਪਣੇ ਹੀ ਪ੍ਰਾਣ ਉਹਨੂੰ ਗਵਾਉਣੇ ਪੈ ਗਏ ਨੇ। ਨਹੀਂ ਸੀ ਜਾਣਿਆ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਸੋ ਅੱਗੇ ਜਿਵੇਂ ਪ੍ਰਸੰਗ ਆਵੇਗਾ ਉਹ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇੱਥੋਂ ਤੱਕ ਕਥਾ ਵਿਚਾਰ ਕਰਦਿਆਂ ਹੋਇਆਂ ਏਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹਨ। ਸਤਿਗੁਰੂ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ ਜੀ। ਇਸ ਪ੍ਰਕਾਰ ਜਾ ਮਰ ਗਈ ਅਪਰ ਦੇਹ ਧਰ ਸੋਏ। ਛਪ ਆਕਾਸ਼ ਮੈਂ ਭੇਦ ਨਿਜ ਭਣਤ ਸੁਣਤ ਸਭ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।